ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਦਿਲਜੋਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਖਬਰ ਫॉर ਇੰਡੀਆ। ਤੇ ਮੇਰੇ ਨਾਲ ਅੱਜ ਬੈਠੇ ਨੇ ਚਮਨ ਸਿੰਘ ਜੀ, ਜੋ ਕਿ ਜਾਗੋ ਪਾਰਟੀ ਦੇ ਦਿੱਲੀ ਤੋਂ ਪ੍ਰੈਜ਼ੀਡੈਂਟ ਨੇ। ਆਓ ਦੇਖਦੇ ਹਾਂ ਕਿ ਇਹਨਾਂ ਦਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਬਾਰੇ ਕੀ ਕਹਿਣਾ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬ, ਇਲੈਕਸ਼ਨਸ ਆਉਣ ਵਾਲੇ ਨੇ, ਤੁਹਾਡੀ ਜਾਗੋ ਪਾਰਟੀ ਦਾ ਇਹਨਾਂ ਇਲੈਕਸ਼ਨਾਂ ਵਿੱਚ ਕੀ ਏਜੰਡਾ ਰਹੇਗਾ? ਦੇਖੋ, ਜਾਗੋ ਪਾਰਟੀ ਨੇ 41 ਮੈਂਬਰ ਖੜੇ ਕੀਤੇ, 40 ਸਾਡੇ ਆ, ਇੱਕ ਅਸੀਂ ਅਲਾਇੰਸ ਕੀਤਾ ਗਾ ਸ਼੍ਰੋਮਣੀ ਅਕਾਲੀ ਦਲ ਪੰਥਕ ਨਾਲ। 46 ਚੋਂ 41 ਅਸੀਂ ਮੈਂਬਰ ਖੜੇ ਕੀਤੇ ਹੈਗੇ। ਮੈਂ ਸਮਝਦਾ ਕਿ 41 ਜਿਹੜੇ ਮੈਂਬਰ ਹੈਗੇ ਖੜੇ ਕੀਤੇ ਅਸੀਂ ਜਾਗੋ ਪਾਰਟੀ ਨੇ ਦਿੱਲੀ ਦੀਆਂ ਵੋਟਾਂ ਦੇ ਵਿੱਚ, ਜਿਨ੍ਹਾਂ ਨੇ ਨੋਮੀਨੇਸ਼ਨ ਭਰੇ ਆ, ਉਹ ਸਾਰੇ ਹੀ ਅੰਮ੍ਰਿਤਧਾਰੀ ਹੈਗੇ। ਔਰ ਸਾਡੀ ਇਹ ਕੋਸ਼ਿਸ਼ ਰਹੀ ਹੈ ਕਿ ਜਿੱਥੇ ਅਸੀਂ ਉਹਨਾਂ ਨੇ ਖੰਡੇ ਬਾਟੇ ਦੀ ਪੋਲ ਛੱਡੀ ਹੋਵੇ, ਉੱਥੇ ਨਾਲ ਹੀ ਉਹਨਾਂ ਦੀ ਕੋਸ਼ਿਸ਼ ਹੋਵੇ ਕਿ ਉਹਨਾਂ ਦਾ ਜਿਹੜੀ ਹਿਸਟਰੀ ਹੈ ਜਾਂ ਉਹਨਾਂ ਦੀ ਜਿਹੜੀ ਜ਼ਿੰਦਗੀ ਆ ਉਹ ਗੁਰਮੁਖ ਵਾਲੀ ਹੋਵੇ। ਅਤੇ ਇਹ ਸਾਡੀ ਕੋਸ਼ਿਸ਼ਾਂ ਰਹੀਆਂ। ਔਰ ਜਿੱਥੋਂ ਤੱਕ ਸਾਡਾ ਏਜੰਡਾ ਜਿਹੜਾ ਹੈਗਾ ਉਹ ਬਹੁਤ ਸਿੱਧਾ ਏਜੰਡਾ ਹੈਗਾ। ਅਸੀਂ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਦੀ ਗੱਲ ਕਰਨ ਦਾ ਏਜੰਡਾ ਹੈਗਾ। ਸਾਡਾ ਏਜੰਡਾ ਹੈ ਕਿ ਅਸੀਂ ਸਿੱਖ ਇਤਿਹਾਸ ਨੂੰ, ਗੁਰੂ ਇਤਿਹਾਸ ਨੂੰ ਸੰਗਤ ਤੱਕ ਲਿਜਾਈਏ। ਔਰ ਜਿਹੜੇ ਇਤਿਹਾਸਕ ਗੁਰੂ ਸਥਾਨਾਂ ਦੀ ਅਸੀਂ ਸੰਸਥਾ ਦੀ ਇਲੈਕਸ਼ਨ ਲੜ ਰਹੇ ਹਾਂ, ਉਹਨਾਂ ਇਤਿਹਾਸਕ ਸੰਸਥਾ ਦੀਆਂ ਜਿਹੜੀਆਂ ਪਰੰਪਰਾਵਾਂ ਹੈਗੀਆਂ ਉਹਨਾਂ ਨੂੰ ਕਾਇਮ ਰੱਖੀਏ, ਜੋ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਦੇ ਅਨੁਸਾਰ ਹੈ। ਉਹਨਾਂ 'ਚ ਸਾਡਾ ਇੱਕੋ ਇੱਕ ਏਮ ਹੈ ਕਿ ਉਹਦਾ ਅਸੀਂ ਉੱਤੇ ਡਟ ਕੇ ਭਰਾ ਦਈਏ। ਔਰ ਇਸ ਤੋਂ ਇਲਾਵਾ ਹੋਰ ਕਈ ਦਰਵੇਸ਼ ਮੁਸ਼ਕਿਲਾਂ ਜਗ੍ਹਾ ਜਗ੍ਹਾ 'ਤੇ ਦੇਖਿਆ ਜਾ ਰਿਹਾ, ਜਿਵੇਂ ਸਿੱਖਾਂ ਦੀ ਪਗੜੀ ਨੂੰ ਹੱਥ ਪਾਇਆ ਜਾ ਰਿਹਾ ਹੈ ਔਰ ਪਗੜੀਆਂ ਲਾਈਆਂ ਵੀ ਜਾ ਰਹੀਆਂ, ਮਾਰਿਆ ਕੁੱਟਿਆ ਜਾ ਰਿਹਾ, ਜਾਣ ਕੇ ਟਾਰਗੇਟ ਬਣਾਉ। ਉਹਦੇ ਪਿੱਛੇ ਕਾਰਨ ਹੈ, ਇਹ ਹੈ ਕਿ ਸਿੱਖਾਂ ਨੇ ਇਹਨਾਂ ਮਹਾਂਮਾਰੀਆਂ ਵਿੱਚ ਬਹੁਤ ਵੱਡੀ ਸੇਵਾ ਕੀਤੀ ਹੈ। ਔਰ ਲੋਕ ਕੁਝ ਐਸੇ ਕੈਟਾਗਰੀਆਂ ਕੁਝ ਹੈ ਜਿਹੜੇ ਲੋਕ ਸਿੱਖਾਂ ਤੋਂ ਸੜਦੇ ਆ ਗਿਆ, ਔਰ ਉਹ ਜਾਣ ਬੁੱਝ ਕੇ ਹਮਲੇ ਕਰ ਰਿਹਾ। ਔਰ ਜਿੱਥੇ ਕਿਤੇ ਉਹਨਾਂ 'ਤੇ ਹਮਲਾ ਹੋ ਰਿਹਾ ਜਾਂ ਕਿਤੇ ਕੋਈ ਨੁਕਸਾਨ ਹੋ ਰਿਹਾ, ਉੱਥੇ ਜਾਗੋ ਪਾਰਟੀ ਤੱਤਪਰ ਰਹਿੰਦੀ ਹਮੇਸ਼ਾ ਉਹਨਾਂ ਦੀ ਸਹਾਇਤਾ ਵਾਸਤੇ, ਚਾਹੇ ਦਿੱਲੀ 'ਚ ਹੋਵੇ ਜਾਂ ਦਿੱਲੀ ਤੋਂ ਬਾਹਰ ਹੋਵੇ। ਇਸ ਕਰਕੇ ਇੱਕ ਤਾਂ ਸਾਡਾ ਇਹ ਏਜੰਡਾ ਹੈ ਕਿ ਆਪਣੇ ਜਿਹੜੇ ਗੁਰੂ ਨਾਨਕ ਨਾਮ ਲੇਵਾ ਉਹਨਾਂ ਦੀ ਸੁਰੱਖਿਆ ਵਾਸਤੇ ਵੱਧ ਤੋਂ ਵੱਧ ਆਪਣੇ ਜ਼ੋਰ ਲਗਾਉਣਾ। ਦੂਸਰਾ ਸਾਡਾ ਏਜੰਡਾ ਹੈ ਕਿ ਜਿਹੜੀ ਖੰਡੇ ਬਾਟੇ ਦੀ ਪੋਲ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅਨੰਦਪੁਰ ਸਾਹਿਬ ਖੰਡੇ ਬਾਟੇ ਦੀ ਪੋਲ ਛਕਾਈ ਸੀਗੀ, ਅੰਮ੍ਰਿਤ ਛਕਾਇਆ ਸੀਗਾ, ਉਸ ਨੂੰ ਜਿਹੜੇ ਸਾਡੇ ਸਿੱਖ ਜਿਹੜੇ ਹੈਗੇ ਉਹ ਵੱਧ ਤੋਂ ਵੱਧ ਜਿਹੜੇ ਬੱਚੇ ਛਕਣ ਔਰ ਗੁਰੂ ਨਾਲ ਜੁੜਨ। ਤੀਸਰਾ ਸਮਾਜਿਕ ਏਜੰਡਾ ਜਿਹੜਾ ਹੈ, ਸਮਾਜਿਕ ਏਜੰਡੇ 3 ਤਰ੍ਹਾਂ ਦੇ ਹੈ। ਇੱਕ ਤਾਂ ਏਜੰਡਾ ਹੈ ਕਿ ਅਸੀਂ ਜਿਹੜੇ ਆਰਥਿਕ ਪੱਖੋਂ ਜਿਹੜੇ ਲੋਕ ਸਿੱਖ ਹੈਗੇ, ਕਿਉਂਕਿ ਹਰ ਸਮਾਜ 'ਚ ਆਪਣੀ ਆਪਣੀ ਕੈਟਾਗਰੀ ਹੁੰਦੀ ਹੈ। ਕਈ ਲੋਕ ਦਿਹਾੜੀਦਾਰ ਹੈ, ਕਈ ਲੋਕ ਬਿਜ਼ਨਸਮੈਨ ਹੈਗੇ, ਕਈ ਲੋਕ ਬਹੁਤ ਅਮੀਰ ਹੈਗੇ, ਔਰ ਕਈ ਵੱਡੀ ਵੱਡੀਆਂ ਫੈਕਟਰੀਆਂ ਚਲਾਉਂਦੇ ਹੈਗੇ। ਅਸੀਂ ਸਾਡਾ ਮੁੱਖ ਏਜੰਡਾ ਹੈ ਕਿ ਇੱਕ ਤਾਂ ਆਰਥਿਕ ਪੱਖੋਂ ਜਿਹੜੇ ਮਿਹਨਤੀ ਜਿਹੜੇ ਹੈਗੇ, ਇਮਾਨਦਾਰ ਜਿਹੜੇ ਆ, ਉਹਨਾਂ ਜਿਹੜੇ ਪਰਿਵਾਰਾਂ ਨੂੰ ਮਜ਼ਬੂਤ ਆਪਣੇ ਪੈਰਾਂ 'ਤੇ ਖੜ੍ਹਾ ਕਰਨ ਦਾ ਏਜੰਡਾ ਹੈਗਾ ਸਾਡਾ। ਤੀਸਰਾ ਏਜੰਡਾ ਸਾਡਾ ਜਿਹੜਾ ਹੈਗਾ ਉਹ ਐਜੂਕੇਸ਼ਨ ਦਾ ਏਜੰਡਾ, ਕਿ ਵੱਧ ਤੋਂ ਵੱਧ ਜਿਹੜੀ ਐਜੂਕੇਸ਼ਨ ਤੌਰ 'ਤੇ ਬੱਚਿਆਂ ਨੂੰ ਜਿਹੜਾ ਉਹ ਪ੍ਰਮੋਟ ਕਰੀਏ। ਉਹਦੇ ਵਿੱਚ ਅਸੀਂ ਪਹਿਲੇ ਜਦੋਂ ਸਾਡੀ ਕਮੇਟੀ ਸੀਗੀ, ਮਨਜੀਤ ਸਿੰਘ ਜੀ ਕੇ ਹੁਣੀ ਪ੍ਰਧਾਨ ਸੀ ਦਿੱਲੀ ਸਿੱਖ ਗੁਰਦੁਆਰਾ ਕਮੇਟੀ, ਅਸੀਂ ਬਹੁਤ ਹੀ ਵਧੀਆ ਸਕੀਮ ਲੈ ਕੇ ਆਏ ਸੀ। ਉਹ ਸੀ ਕਿ ਅੰਮ੍ਰਿਤਧਾਰੀ ਜਿਹੜੇ ਪਰਿਵਾਰ ਹੈ ਉਹਨਾਂ ਦੇ ਪਰਿਵਾਰਾਂ ਦੇ ਬੱਚਿਆਂ ਨੂੰ ਫਰੀ ਐਜੂਕੇਸ਼ਨ ਦੇਣਾ ਆਪਣੇ ਸਕੂਲਾਂ ਦੇ ਵਿੱਚ, ਅਤੇ ਉਹ ਬੜਾ ਵਧੀਆ ਸਕੀਮ ਚੱਲੀ ਸੀ ਔਰ ਅਸੀਂ ਉਹ 'ਤੇ ਪੈਰਾ ਦਿੱਤਾ ਜੀ। ਇਸ ਤੋਂ ਇਲਾਵਾ ਅਸੀਂ ਇਤਿਹਾਸਕ ਗੁਰੂ ਸਥਾਨ ਹੈ, ਕਿਉਂਕਿ ਅੱਜ ਹਰ ਸਿੱਖ ਤੱਤਪਰ ਹੁੰਦਾ ਕਿ ਆਪਣੇ ਗੁਰੂ ਦੇ ਇਤਿਹਾਸਕ ਸਥਾਨਾਂ ਜਿੱਥੇ ਉਹਨਾਂ ਨੇ ਚਰਨ ਪਾਏ ਹੋਣ, ਉਹਨਾਂ ਜਗ੍ਹਾ 'ਤੇ ਜਾ ਕੇ ਅਸੀਂ ਨਤਮਸਤਕ ਹੋ ਸਕੀਏ, ਉਹਨਾਂ ਸਥਾਨਾਂ ਦੇ ਦਰਸ਼ਨ ਕਰ ਸਕੀਏ, ਉਹਨਾਂ ਦੀ ਇਤਿਹਾਸ ਜਾਣ ਸਕੀਏ ਕਿ ਉਹ ਇਤਿਹਾਸ ਕੀ ਹੈ। ਅਸੀਂ ਉਹਨਾਂ ਦੇ ਵੀ ਜਿਹੜੇ ਸਾਡੇ ਕੋਲ ਬੱਸਾਂ ਹੈਗੀਆਂ ਉਹਨਾਂ ਦੇ ਉਪਰਾਲੇ ਕੀਤੇ ਹੈਗੇ। ਇਸ ਕਰਕੇ ਇਹ ਵੀ ਸਾਡਾ ਵੱਡਾ ਉਪਰਾਲਾ ਹੈ। ਇਹੋ ਜਿਹੇ ਬਹੁਤ ਸਾਰੇ ਏਜੰਡੇ ਹੈਗੇ ਆ ਜਿਹੜੇ ਅਸੀਂ ਉਹਨਾਂ 'ਤੇ ਅਸੀਂ ਪੈਰਾਂ ਦੇ ਹੈਗੇ, ਔਰ ਅਸੀਂ ਪਹਿਲੇ ਦਿੱਤਾ ਹੁਣ ਦਿੱਤਾ। ਮਿਨੋਰਟੀ ਸਕੀਮਾਂ ਗੌਰਮੈਂਟ ਦੀ ਜਿਹੜੀਆਂ ਹੈਗੀਆਂ ਉਹਨਾਂ ਦੇ ਤੌਰ 'ਤੇ ਅਸੀਂ ਜਿਹੜੀਆਂ ਪਹਿਲੇ ਬਹੁਤ ਵੱਡਾ ਕੰਮ ਕੀਤਾ ਸੀਗਾ ਗੌਰਮੈਂਟ ਕੋਲੋਂ, ਕਿਉਂਕਿ ਪਹਿਲੇ ਕੀ ਹੁੰਦਾ ਸੀ 2-4 ਸਾਲ ਪਹਿਲੇ ਆਪਣਾ ਲੋਕ ਅਵੇਅਰਨੈਸ ਨਹੀਂ ਸੀ ਲੋਕਾਂ ਦੇ ਵਿੱਚ। ਅਸੀਂ ਅਵੇਅਰਨੈਸ ਪੈਦਾ ਕੀਤੀ ਹੈ ਔਰ
ਸਕੀਮਾਂ ਗੌਰਮੈਂਟ ਦੀਆਂ ਮਿਨੋਰਟੀ ਜਿਹੜੀਆਂ ਉਹਦੇ 'ਚ ਬੈਨੀਫਿਟ ਹੈਗੇ ਉਹ ਸਿੱਖ ਸੰਗਤ ਨੂੰ ਲੈ ਕੇ ਤੇ ਅਗਲੀ ਬਹੁਤ ਵੱਡੀ ਪੱਧਰ 'ਤੇ ਅਸੀਂ ਇਹ ਕੰਮ ਕਰਨ ਜਾ ਰਹੇ ਹਾਂ। ਇਹੋ ਜਿਹੇ ਬਹੁਤ ਸਾਰੇ ਏਜੰਡੇ ਆ ਸਾਡੇ, ਤਾਂ ਜਿੱਥੇ ਧਾਰਮਿਕ ਏਜੰਡੇ ਆ ਉੱਥੇ ਨਾਲ ਦੀ ਨਾਲ ਸਮਾਜਿਕ ਏਜੰਡੇ ਆ, ਉੱਥੇ ਰਾਜਨੀਤਿਕ ਤੌਰ 'ਤੇ ਵੀ ਸਿੱਖ ਕੌਮ ਨੂੰ ਮਜ਼ਬੂਤ ਕਰਨਾ, ਕਿਉਂਕਿ ਜਿਨ੍ਹਾਂ ਕੋਲ ਰਾਜਨੀਤਿਕ ਤਾਕਤ ਨਹੀਂ ਹੁੰਦੀ ਉਹ ਹਮੇਸ਼ਾ ਮੁਸ਼ਕਲਾਂ ਦਰਵੇਸ਼ ਮੁਸ਼ਕਲਾਂ ਦਾ ਸਾਹਮਣਾ ਕਰਦੇ ਆ। ਇਸ ਵਾਸਤੇ ਰਾਜਨੀਤਿਕ ਤੌਰ 'ਤੇ ਔਰ ਧਾਰਮਿਕ ਤੌਰ 'ਤੇ, ਮੇਨਲੀ ਸਾਡਾ ਧਾਰਮਿਕ ਤੌਰ 'ਤੇ ਅਸੀਂ ਜਿਹੜਾ ਹੈਗਾ ਆਪਣੇ ਕੌਮ ਨੂੰ ਮਜ਼ਬੂਤ ਕਰਨਾ, ਇਹ ਸਾਡਾ ਮੇਨਲੀ ਏਜੰਡਾ ਹੈ। ਕਿਸ ਤਰੀਕੇ ਨਾਲ ਤੁਸੀਂ ਕੌਮ ਨੂੰ ਮਜ਼ਬੂਤ ਕਰੋਗੇ? ਕੀ ਤਰੀਕੇ ਨੇ ਤੁਹਾਡੇ? ਦੇਖੋ ਸਾਡੇ ਕੋਲ ਜਿਹੜੇ ਤਰੀਕੇ ਹੈਗੇ ਆ ਉਹ ਅਸੀਂ ਜਿਹੜਾ ਖੁਲਾਸਾ ਕਰ ਰਹੇ ਹੈਗਾ ਉਹ ਇਹ ਤਰੀਕੇ ਹੈਗਾ ਕਿ ਇੱਕ ਤਾਂ ਤੁਹਾਡੀ ਜਿਹੜੀ ਸੋਚ ਹੈ, ਇੱਕ ਕਮੇਟੀ ਜਿਹੜੀ ਪ੍ਰਬੰਧ ਸੰਭਾਲਦੀ ਹੈ, ਉਹ ਕਮੇਟੀ ਦੀ ਜਿਹੜਾ ਪ੍ਰਧਾਨ ਸੈਕਟਰੀ ਹੁੰਦਾ ਜਾਂ ਮੇਨ ਜਿਹੜਾ ਕਮੇਟੀ ਦੇ ਮੈਂਬਰ ਹੁੰਦੇ, ਉਹਨਾਂ ਦੀ ਸੋਚ ਕੀ ਕੰਮ ਕਰਦੀ ਹੈ। ਜੇ ਉਹਨਾਂ ਦੀ ਸੋਚ ਗੁਰੂ ਨਾਨਕ ਨਾਮ ਲੈਵਾ ਹੋਏਗੀ, ਗੁਰੂ ਨਾਨਕ ਦਾ ਸ਼ਾਹੀ ਸੋਚ ਹੋਏਗੀ, ਤਾਂ ਉਹ ਫਿਰ ਸੇਵਾ ਦੇ ਕੰਮ ਕਰਨਗੇ। ਜੇ ਉਹਨਾਂ ਦੀ ਸੋਚ ਜਿਹੜੀ ਹੈਗੀ ਆ ਉਹ ਸਿੱਖੀ ਤੋਂ ਉਲਟ ਹੋਏਗੀ ਤਾਂ ਫਿਰ ਉਹ ਕੌਮ ਦੇ ਕੰਮ ਕਰਨ ਨਹੀਂ, ਉਹ ਆਪਣੇ ਮਫਾਦਾਂ ਵਾਸਤੇ ਕੰਮ ਕਰਨਗੇ। ਇਸ ਵਾਸਤੇ ਸਭ ਤੋਂ ਪਹਿਲੇ ਕਿ ਸਾਡੀ ਸੋਚ ਹੈ, ਉਸ ਤੋਂ ਬਾਅਦ ਜਿਹੜੇ ਕੌਮ ਦੇ ਸਾਧਨ ਹੈ, ਉਹ ਚਾਹੇ ਵਪਾਰੀ ਸਿੱਖ ਹੈ, ਉਹ ਚਾਹੇ ਮੀਡੀਅਮ ਸਿੱਖ ਹੈਗੇ, ਉਹਨਾਂ ਕੋਲੋਂ ਸਹਿਯੋਗ ਲੈ ਕੇ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਨੂੰ ਮਜ਼ਬੂਤ ਬਣਾ ਕੇ ਇਹ ਜਿਹੜੇ ਸਾਡੇ ਬੇਰੁਜ਼ਗਾਰ ਲੋਕ ਆ ਉਹਨਾਂ ਨੂੰ ਅਸੀਂ ਇੱਕ ਤਾਂ ਉਹਨਾਂ ਦੀ ਸਹਾਇਤਾ ਦੀ ਗੱਲ ਹੈ ਕਿ ਦੂਸਰਾ ਅਸੀਂ ਜਿਹੜੇ ਜੋਬ ਜਿਹੜਾ ਸਾਡਾ ਹੈਗਾ ਉਹਨਾਂ ਦੇ ਤੌਰ 'ਤੇ, ਕਿਉਂਕਿ ਇਹ ਸਾਡੀ ਕੌਮ 'ਚ ਇੱਕ ਸਿਸਟਮ ਹੈਗਾ, ਇਹ ਸਿਸਟਮ ਨਹੀਂ ਆ ਮੰਗਣਾ ਸਿਸਟਮ ਨਹੀਂ, ਸਾਡੀ ਕੌਮ 'ਚ ਇਹ ਸਿਸਟਮ ਹੈ ਅਸੀਂ ਸਮਰੱਥ ਬਣਾ ਦਈਏ। ਕਿਉਂਕਿ ਦੇਖ ਤੇ ਫਤਿਹ ਦਾ ਜੋ ਸੰਕਲਪ ਇਹੀ ਹੈਗਾ ਕਿ ਜਿਹੜਾ ਉਹ ਇਹੀ ਸੰਕਲਪ ਹੈ ਕਿ ਆਰਥਿਕ ਤੌਰ 'ਤੇ ਬੰਦਾ ਜਿਹੜਾ ਮਜ਼ਬੂਤ ਆ, ਮਿਹਨਤੀ ਹੈਗਾ, ਉਹ ਜੇ ਮਿਹਨਤ ਕਰੇਗਾ ਤਾਂ ਉਹ ਐਵੇਂ ਕਰਦਾ ਉਹਦੇ 'ਚ ਦਮ ਹੋਏਗਾ। ਜੇ ਉਹ ਆਲਸੀ ਹੋਏਗਾ ਉਹਦੇ 'ਚ ਫਿਰ ਐਵੇਂ ਉਹ ਫਿਰ ਮੰਗਤਾ ਬਣਨ ਦਾ ਦਮ ਹੈਗਾ। ਇਸ ਕਰਕੇ ਅਸੀਂ ਆਪਣੀ ਕੌਮ ਨੂੰ ਮੰਗਤਾ ਬਣਾਉਣ ਦੀ ਜਗ੍ਹਾ ਦਾਨੀ ਬਣਾਉਣਾ ਦਾ ਕੰਮ ਕਰਨ ਜਿਹੜਾ ਹੈਗਾ ਸਾਡਾ ਏਮ ਹੈਗਾ। ਇਸ ਵਾਸਤੇ ਸਾਡੇ ਪ੍ਰਧਾਨ ਸਾਹਿਬ ਦੀ ਬੜੀ ਬਰਾਈਟ ਸੋਚ ਹੈ ਔਰ ਆਉਣ ਵਾਲੇ ਸਮੇਂ ਵਿੱਚ ਪਹਿਲੇ ਵੀ ਉਹਨਾਂ ਨੇ ਬਹੁਤ ਇਹੋ ਜਿਹੇ ਕੰਮ ਕੀਤੇ ਗਏ ਔਰ ਆਉਣ ਵਾਲੇ ਸਮੇਂ 'ਚ ਇਹੋ ਜਿਹੇ ਕੰਮ ਅਸੀਂ ਹੋਰ ਕਰਾਂਗੇ। ਇਸ ਕਰਕੇ ਸਾਡਾ ਏਜੰਡਾ ਬਿਲਕੁਲ ਸਿੱਧਾ ਤੇ ਪੱਧਰਾ ਹੈਗਾ। ਸਰ ਰੋਜ਼ਗਾਰ ਕਿਸ ਤਰੀਕੇ ਦੋਗੇ ਤੇ ਕਿਵੇਂ ਦੋਗੇ ਸਰ? ਦੇਖੋ ਰੋਜ਼ਗਾਰ ਜਿਹੜਾ ਹੈ, ਜਿਸ ਤਰ੍ਹਾਂ ਇੱਕ ਤਾਂ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੀਆਂ ਆਪਣੀਆਂ ਜੋਬ ਹੈਗੀਆਂ, ਉਸ ਤੋਂ ਇਲਾਵਾ ਜਿਹੜੇ ਵਪਾਰੀ ਸਿੱਖ ਹੈਗੇ ਜਿਨ੍ਹਾਂ ਦੀਆਂ ਆਪਣੀਆਂ ਫੈਕਟਰੀਆਂ ਚੱਲਦੀਆਂ ਹੈਗੀਆਂ, ਜਿਨ੍ਹਾਂ ਦੇ ਹੋਰ ਸਾਡਾ ਇੱਕ ਅਸੀਂ ਆਉਣ ਵਾਲੇ ਸਾਡਾ ਏਜੰਡਾ ਹੈਗਾ ਜਿਹੜਾ ਮੈਨੀਫੈਸਟੋ, ਉਹਦੇ ਵਿੱਚ ਅਸੀਂ ਸਪਸ਼ਟ ਕਰ ਰਹੇ ਹਾਂ ਕਿ ਉਹ ਮੈਨੀਫੈਸਟੋ ਹੋਗਾ ਕਿ ਜਿਹੜੇ ਬਿਜ਼ਨਸਮੈਨ ਸਾਡੇ ਭਰਾ ਬਰਦਰ ਹੈਗੇ ਉਹਨਾਂ ਨੂੰ ਜਦੋਂ ਜੋਬ ਲੋੜ ਪਏਗੀ ਵਰਕਰ ਦੀ, ਤਾਂ ਅਸੀਂ ਆਪਣੇ ਜਿਹੜੇ ਹੈਗਾ ਸੈੱਲ ਸਾਡਾ ਜਿਹੜਾ ਹੈਗਾ ਉਹਨਾਂ ਨਾਲ ਕੰਟੈਕਟ ਕਰਕੇ ਉਹਨਾਂ ਦੀਆਂ ਫੈਕਟਰੀਆਂ 'ਚ, ਉਹਨਾਂ ਦੇ ਦਫ਼ਤਰਾਂ ਵਿੱਚ ਉਹ ਜੋਬ ਪ੍ਰੋਵਾਈਡ ਕਰਾਂਗੇ। ਇਹ ਸਾਡਾ ਮੁੱਖ ਏਜੰਡਾ ਹੈ। ਤੇ ਇਸ ਟਾਈਮ ਜੋ ਕਰੰਟ ਐਡਮਿਨਿਸਟ੍ਰੇਸ਼ਨ ਹੈਗੀ ਹੈ, ਇਸ ਟਾਈਮ ਜੋ ਸਿਰਸਾ ਪਾਰਟੀ ਹੈਗੀ ਹੈ, ਤੁਹਾਡੇ ਅਕੋਰਡਿੰਗ ਉਹਨਾਂ ਦੇ ਵਿੱਚ ਕੀ ਕਮੀ ਹੈ, ਉਹ ਕੀ ਨਹੀਂ ਕਰ ਰਹੇ, ਤੇ ਤੁਸੀਂ ਜੋ ਕਰ ਰਹੇ ਹੋ ਤੁਸੀਂ ਦੱਸ ਰਹੇ ਹੋ ਕਿ ਤੁਸੀਂ ਇਹ ਕਰੋਗੇ ਜੇ ਤੁਹਾਡੀ ਐਡਮਿਨਿਸਟ੍ਰੇਸ਼ਨ ਔਨ ਦੀ ਫਾਰਮ ਕਰਦੀ ਹੈ। ਦੇਖੋ ਮੈਂ ਸਿਰਸਾ ਸਾਹਿਬ ਦੀ ਗੱਲ ਕਰਾਂ ਤਾਂ ਸਿਰਸਾ ਸਾਹਿਬ ਝੂਠ ਬੋਲੋ 'ਚ ਬਹੁਤ ਵੱਡੇ ਮਾਹਰ ਹੈਗੇ ਆ। ਉਹ ਸਿਰਸਾ ਸਾਹਿਬ ਦਾ ਕੀ ਆ ਕਿ ਉਹ ਲੋਕਾਂ ਨੂੰ ਉਲਝਾਉਣ 'ਚ ਮਾਰਾ, ਜਿਵੇਂ ਗੌਰਮੈਂਟਾਂ ਸਿੱਖ ਕੌਮ ਨੂੰ ਉਲਝਾਉਂਦੀਆਂ ਆ ਰਹੀਆਂ, ਸਿਰਸਾ ਸਾਹਿਬ ਸਾਡੀ ਕੌਮ ਨੂੰ ਉਲਝਾ ਰਿਹਾ ਗਿਆ। ਜਿਹੜਾ ਕੰਮ ਸਿਰਸਾ ਸਾਹਿਬ ਕਰਦੇ ਹੈਗਾ ਉਸ ਕੰਮ ਦਾ ਝੂਠ ਉਹਨਾਂ ਦਾ 2 ਮਿੰਟ ਫੜਿਆ ਜਾਂਦਾ। ਹੁਣ ਇਹ ਤੁਸੀਂ ਲਗਾ ਲਓ ਕਿ ਕੋਵਿਡ ਸੈਂਟਰ ਰਕਾਬਗੰਜ ਸਾਹਿਬ ਖੋਲ੍ਹਿਆ, ਅਸੀਂ ਸਾਬਤ ਕਰਤਾ ਕਿ ਕੋਵਿਡ ਸੈਂਟਰ ਜਾਂ ਤੁਸੀਂ ਖੋਲ੍ਹਿਆ ਉਹਦੇ ਡਾਕਟਰ ਨਕਲੀ ਹੈ। ਤੁਸੀਂ ਲੋਕਾਂ ਨੂੰ ਬਚਾਉਣ ਵਾਸਤੇ ਖੋਲ੍ਹਿਆ, ਡਾਕਟਰ ਦੀ ਡਿਗਰੀ ਕਿੱਥੇ ਹੈ? ਡਾਕਟਰ ਦੀ ਡਿਗਰੀ ਹੈ ਹੀ ਨਹੀਂ ਹੈ। ਔਰ ਉਹ ਜਿਹੜਾ ਮਤਲਬ ਕਿ ਜਿਹੜੇ ਇਹਨਾਂ ਦੇ ਸਾਰੇ ਫੋਨ ਇਹ ਕੀ ਗੱਲ ਕਰਦੇ ਤਾਂ ਫਸ ਜਾਂਦੇ, ਜਵਾਬ ਦਿੰਦੇ ਨੇ। ਅੱਜ ਡਾਇਲਸਿਸ ਕੇਂਦਰ ਖੋਲ੍ਹਿਆ ਬਾਲਾ ਸਾਹਿਬ, ਅੱਜ ਉਹਦੀ ਐਡਮਿਸ਼ਨ ਨਹੀਂ ਲੈ, ਤੁਸੀਂ ਭੇਜ ਦਿਓ ਕਿਸੇ ਨੂੰ, ਉੱਥੇ ਜਾ ਕੇ ਨਾਮ ਨਹੀਂ ਐਡ ਕਰੇ ਕਿਉਂਕਿ ਉਹ ਬੰਦ ਹੋਣ ਜਾ ਰਿਹਾ ਹੈਗਾ। ਪਹਿਲਾਂ 100 ਬੈੱਡ ਕਹਿ ਰਹੇ ਸੀਗੇ, ਫਿਰ 25 ਬੈੱਡ 100 ਬੈੱਡ ਕਿਹਾ ਇਹਨਾਂ ਨੇ, 25 ਬੈੱਡ ਚਾਲੂ ਸੀਗੇ ਔਰ ਅੱਜ ਜਿਹੜਾ ਹੈਗਾ ਅੱਜ ਉੱਥੇ ਇੱਕ ਬੰਦਾ ਬੈਠਾ, ਉਹ ਜਿਹੜਾ ਡਾਇਲਸਿਸ ਕਰਾ ਜਾਂਦਾ ਉਹ ਪਰੇਸ਼ਾਨ ਹੋ ਕੇ ਵਾਪਸ ਆਉਂਦਾ ਹੈਗਾ। ਇਹ ਸਿਰਸਾ ਸਾਹਿਬ ਹੁਣ ਜੇ ਰਾਸ਼ਨ ਸੰਗਤ ਦੇ ਰਹੀ ਹੈਗੀ ਹੈ ਕੋਵਿਡ 'ਚ ਸੇਵਾ ਕਰ ਰਹੀ ਹੈ ਕਿ ਇਹ ਰਾਸ਼ਨ ਸੰਗਤ ਨੂੰ ਦੇਣ ਦੀ ਬਜਾਏ ਲੋਕਾਂ ਨੂੰ ਇਹ ਆਟਾ ਵੇਚਣ ਦਾ ਕੰਮ ਕਰ ਰਿਹਾ ਹੈਗਾ। ਔਰ ਇਸ ਕਰਕੇ
ਮੇਰੇ ਕਹਿਣ ਤੋਂ ਭਾਵ ਹੈ ਕਿ ਜਿਹੜਾ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਇਹ ਧਾਰਮਿਕ ਸੰਸਥਾ, ਇੱਥੇ ਜਿਹੜਾ ਸ਼ਖਸ ਬੈਠਾ ਉਹ ਸਾਫ਼ ਸੁਥਰਾ ਧਾਰਮਿਕ ਇਨਸਾਨ, ਪੜ੍ਹਿਆ ਲਿਖਿਆ, ਸਮਝਦਾਰ, ਸੂਝਦਾਰ, ਜਿਹਦੇ ਮੂੰਹ ਚੋਂ ਲਿਖਿਆ ਇੱਕ ਸ਼ਬਦ ਝੂਠ ਸਾਬਤ ਨਾ ਹੋਵੇ, ਜਿਹਦੇ ਮੂੰਹ ਚੋਂ ਨਿਕਲਿਆ ਹੋਇਆ ਸ਼ਬਦ ਜਿਹੜਾ ਹੈਗਾ ਉਹ ਝੂਠ ਸਾਬਤ ਨਾ ਹੋਵੇ। ਇਹਦਾ ਤਾਂ ਨਿੱਤ ਰੋਜ਼ ਝੂਠ ਫੜਿਆ ਜਾਂਦਾ, ਇਹਦਾ ਤਾਂ ਨਿੱਤ ਰੋਜ਼ ਝੂਠ ਫੜਿਆ ਜਾਂਦਾ। ਕਦੀ ਇੱਕ ਮੰਨ ਲਓ ਐਮਆਰ ਕਹਿੰਦੇ ਹੋਏਗੀ ਬੰਗਲਾ ਸਾਹਿਬ 50 ਰੁਪਏ 'ਚ 1 ਸਾਲ ਤੋਂ ਰੌਲਾ ਪਾਇਆ ਸੀ। ਇੱਕ ਦਿੱਲੀ ਦਾ ਕਿ ਹਿੰਦੁਸਤਾਨ ਦਾ ਇੱਕ ਆਦਮੀ ਵੀ ਕਹਦੇ ਕਿ ਮੇਰੀ 50 ਰੁਪਏ 'ਚ MRI ਹੋਈ ਹੈ ਬੰਗਲਾ ਸਾਹਿਬ। ਕਿਉਂ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਨਾਮ ਨੂੰ ਬਦਨਾਮ ਕਰ ਰਹੇ ਹੋ ਤੁਸੀਂ? ਮੇਰਾ ਸੋਚਣਾ ਹੈ, ਜੇ ਅਸੀਂ ਇਹ ਗੱਲ ਦਾ ਦਾਅਵਾ ਕਰਦੇ ਹਾਂ ਕਿ 50 ਰੁਪਏ ਵਿੱਚ MRI ਹੋਏਗੀ ਤਾਂ ਫਿਰ ਅਸੀਂ ਕਿਉਂ ਨਾ 50 ਰੁਪਏ ਦੇਈਏ? ਅਸੀਂ ਕਿਉਂ 1200 ਰੁਪਏ, 1400 ਰੁਪਏ, 2000, 2500 ਰੁਪਏ ਲੈਂਦੇ ਹੈਗੇ? ਇਸ ਕਰਕੇ ਤੁਸੀਂ ਝੂਠ ਬੋਲਣਾ ਹੀ ਕਿਉਂ ਆ? ਜਾਂ ਤਾਂ ਤੁਸੀਂ ਆਪਣਾ ਪਰਸਨਲ ਬਿਜ਼ਨਸ ਹੈ, ਤੁਸੀਂ ਭਰਮਾ ਰਹੇ ਹੋ ਲੋਕਾਂ ਨੂੰ ਕਿ ਆ ਜਾਓ ਜੀ 50 ਚ ਦੇਵਾਂਗੇ ਤੇ ਮੁੜ ਕੇ ਬਾਅਦ ਚ 50 ਦੇ 15 ਕਰ ਦੂੰਗੇ ਜਦ ਲੋਕਾਂ ਨੂੰ ਇਕੱਠੇ ਕਰਨ ਵਾਸਤੇ। ਇਹ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਦਰਬਾਰ ਹੈ। ਗੁਰੂ ਹਰਕ੍ਰਿਸ਼ਨ ਸਾਹਿਬ ਦਾ ਦਰਬਾਰ ਤੇ ਤੁਸੀਂ ਲਗਾਤਾਰ ਝੂਠ ਬੋਲ ਰਹੇ ਹੋ। ਹੁਣ ਕਿਸਾਨ ਆ ਕਹਿੰਦੇ ਅਸੀਂ ਜ਼ਮਾਨਤਾਂ ਕਰਾਈਆਂ, ਚਲੋ ਮੁਬਾਰਕਾਂ ਕਰਾਈਆਂ। ਕਿਸਾਨ ਕਹਿੰਦੇ ਕਰਾਈਆਂ ਨਹੀਂ ਆ, ਇਹ ਕਹਿੰਦੇ ਅਸੀਂ ਕਰਾਈਆਂ। ਹੁਣ ਦੱਸੋ ਕਿਹਦਾ ਸੱਚ ਮੰਨੀਏ? ਸੱਚ ਕਿਹਦਾ ਮੰਨੀਏ? ਇਸ ਕਰਕੇ ਇਹਨਾਂ ਦੇ ਨਿੱਤ ਦਿਹਾੜੇ ਰੋਜ਼ ਜੋ ਕੰਮ ਕਰਦੇ ਆ ਉਹ ਬਸ ਸਾਬਤ ਝੂਠ ਸਾਬਤ ਹੋ ਜਾਂਦਾ ਹੈਗਾ। ਇਸ ਕਰਕੇ ਮੇਰਾ ਸਿਰਫ ਇਹ ਮਤਲਬ ਕਹਿਣ ਦਾ ਕਿ ਸਿਰਸਾ ਸਾਹਿਬ ਜੋ ਤੁਸੀਂ ਕੰਮ ਕਰਦੇ ਹੋ ਉਹ ਸੱਚ ਬੋਲੋ। ਲੋਕਾਂ ਨੂੰ ਝੂਠ ਬੋਲਣ ਦੇ ਵਿੱਚ ਲੋਕਾਂ ਨੂੰ ਉਹਦਾ ਨਾਂ ਕੀ ਆ ਉਲਝਾਓ ਨਾ। ਔਰ ਸਭ ਨੂੰ ਪਤਾ ਕਿ ਇਹ ਝੂਠ ਬੋਲਣ 'ਚ ਮਾਰ ਹੈਗਾ। ਇਸ ਕਰਕੇ ਅਸੀਂ ਇਹਦੇ ਕੀਤੇ ਹੋਏ ਕੰਮਾਂ ਦੇ ਵਿੱਚ ਸੀਰੀਅਸ ਲੈਂਦੇ ਨਹੀਂ ਹਾਂ। ਸਾਨੂੰ ਪਤਾ ਕਿ ਇਹ ਝੂਠ ਬੋਲਣ 'ਚ ਮਾਰ ਹੈ ਔਰ ਇਹ ਕਿਸੇ ਨਾ ਕਿਸੇ ਲੋਕਾਂ ਨੂੰ ਉਲਝਾਣਾ ਪੈਂਦਾ। ਔਰ ਇੱਕ ਜਵਾਬ ਪੁੱਛਦੇ ਆ, ਇੱਕ ਜਵਾਬ ਅਸੀਂ ਪੁੱਛਦੇ ਹਾਂ ਤੇ ਇਹ ਫਿਰ ਦੂਸਰਾ ਉਹਦਾ ਨਾਂ ਕਿ ਹੋਰ ਪਾਸੇ ਭੱਜ ਜਾਂਦਾ, ਉਹਨੂੰ ਛੱਡ ਕੇ ਤੀਸਰੇ ਪਾਸੇ ਭੱਜ ਜਾਂਦਾ, ਉਹਨੂੰ ਛੱਡ ਕੇ ਚੌਥੇ ਪਾਸੇ ਭੱਜ ਜਾਂਦਾ। ਇਸ ਕਰਕੇ ਹੁਣ ਇਹਨਾਂ ਲੋਕਾਂ ਤੇ ਵਿਸ਼ਵਾਸ ਉੱਠ ਗਿਆ ਹੈ ਕਿਉਂਕਿ ਪੰਜਾਬ 'ਚ ਬੇਸ ਸੀ, ਸਿੱਖਾਂ ਦਾ ਬੇਸ ਸੀ। ਇਹਨਾਂ ਨੇ ਇਹੋ ਜਿਹੇ ਕੰਮ ਕੀਤੇ, 328 ਸਰੂਪਾਂ ਦੀ ਜਿਹੜੇ ਗਾਇਬ ਹੋ ਗਏ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਗੋਲੀ ਚਲਵਾਤੀ ਸਿੱਖਾਂ ਤੇ। ਉਹ ਜਿਹੜਾ ਨੇ ਬੇਦਬੀਆਂ ਕੀਤੀਆਂ ਉਹਨਾਂ ਨੂੰ ਇਹਨਾਂ ਨੇ ਆਪਣੀ ਗੌਰਮੈਂਟ ਵਿੱਚ ਇਹਨਾਂ ਨੇ ਛਤਰ ਛਾਇਆ ਹੇਠ ਰੱਖਿਆ। ਔਰ ਦਿੱਲੀ ਪੰਜਾਬ ਦੀ ਸੰਗਤ ਸਮਝ ਚੁੱਕੀ ਆ, ਹੁਣ ਦਿੱਲੀ ਦੀ ਸੰਗਤ ਸਮਝ ਚੁੱਕੀ ਆ ਕਿ ਇਹ ਸਿਰਫ ਆਪਣੇ ਪਰਸਨਲ ਮਫਾਦਾਂ ਵਾਸਤੇ ਇਹ ਕਿਸੇ ਵੀ ਕਾਤਲ ਨਾਲ ਸਮਝੌਤਾ ਕਰ ਸਕਦੇ। ਮੈਂ ਜੇ ਤੁਹਾਡੇ ਨਾਲ ਗੱਲ ਕਰਾਂ, ਸਿੱਖ ਪਰੰਪਰਾ ਜਿਹੜੀਆਂ ਹੈਗੀਆਂ, ਅਕਾਲ ਤਖਤ ਸਾਹਿਬ ਤੇ ਗੁਰਮਤਾ ਹੁੰਦਾ ਸੀ ਕਿ ਜਿਨ੍ਹਾਂ ਨੇ ਸਿੱਖਾਂ ਤੇ ਨਜਾਇਜ਼ ਕੀਤੀ ਆ, ਧੱਕਾ ਕੀਤਾ, ਸਿੱਖਾਂ ਨੂੰ ਦਬਾਇਆ ਜਾ, ਉਹਨਾਂ ਦਾ ਖੂਨ ਬਹਾਇਆ, ਸਿੱਖਾਂ ਨੂੰ ਸ਼ਹੀਦੀਆਂ ਪਾਣੀਆਂ ਪਈਆਂ। ਗੁਰਮਤਾ ਹੁੰਦਾ ਸੀ ਕਿ ਆਪਾਂ ਬਦਲਾ ਲੈਣਾ, ਉਹਨਾਂ ਨਾਲ ਕੰਪਰੋਮਾਈਜ਼ ਨਹੀਂ ਕਰਨਾ, ਉਹਨਾਂ ਨੂੰ ਸਬਕ ਸਿਖਾਉਣਾ ਕਿ ਸਿੱਖ ਕੌਮ ਨਾਲ ਕਦੀ ਧੱਕਾ ਕਰਨ ਲੱਗਾ 100 ਵਾਰੀ ਕਰਦੇ। ਔਰ ਅਮਿਤਾਭ ਬੱਚਨ ਜਿਹੜੇ ਐਸੀ ਕਿਰਦਾਰ ਹੈ। ਔਰ ਅਮਿਤਾਭ ਬੱਚਨ ਨੇ ਇੰਦਰਾ ਗਾਂਧੀ ਦੀ ਲਾਸ਼ 'ਤੇ ਖੜਾ ਹੋ ਕੇ ਇਹ ਗੱਲ ਕਰ ਰਿਹਾ ਕਿ ਮੇਰੀ ਮਾਂ, ਸਾਡੀ ਮਾਂ ਕਤਲ ਕਰਤੀ ਹੈਗੀ ਹੈ, ਸਾਡੀ ਮਾਂ ਦੇ ਛਿੱਟੇ, ਖੂਨ ਦੇ ਛਿੱਟੇ ਸਿੱਖਾਂ ਦੇ ਘਰਾਂ 'ਚ ਜਾਣੇ ਚਾਹੀਦੇ ਗਿਆ। ਔਰ ਖੂਨ ਦਾ ਬਦਲਾ ਖੂਨ, ਇਹ ਨਾਰੇ ਲਾ ਰਿਹਾ। ਦੂਰਦਰਸ਼ਨ ਦਾ ਡਾਇਰੈਕਟਰ ਇਹ ਮੰਨ ਗਿਆ ਕਿ 20 ਮਿੰਟ ਜਿਹੜੀ ਹੈਗੀ ਆ ਇਹ ਕਲਿੱਪ ਸਰਵ ਚੱਲੀ, ਉਸ ਤੋਂ ਬਾਅਦ ਬੰਦ ਕਰਤੀ ਅਸੀਂ। ਔਰ ਜਗਦੀਸ਼ ਕੌਰ, ਜਿਹੜੀ ਬੀਬੀ ਜਗਦੀਸ਼ ਕੌਰ, ਜਿਹੜੀ ਸੱਜਣ ਕੁਮਾਰ ਦੇ ਖਿਲਾਫ ਗਵਾਹ ਹੈਗੀ ਆ, ਇਹਨਾਂ ਕਾਤਲਾਂ ਖਿਲਾਫ ਜਿਹੜਾ ਪਰਿਵਾਰ ਸ਼ਹੀਦ ਹੋ ਗਿਆ, ਉਹ ਕਹਿ ਰਹੀ ਹੈ ਕਿ ਅਮਿਤਾਭ ਬੱਚਨ ਨੇ ਬੋਲਿਆ ਔਰ ਇਹ ਸਬੂਤ ਮੰਗ ਰਿਹਾ ਸਾਡੇ ਕੋਲ। ਔਰ ਦੂਸਰੀ ਗੱਲ ਇਹ ਹੈਗੀ ਆ ਕਿ ਅਸੀਂ ਕਾਤਲਾਂ ਕੋਲੋਂ, ਅਕਾਲ ਤਖਤ ਸਾਹਿਬ ਨੇ ਫੈਸਲਾ ਨਹੀਂ ਕੀਤਾ, ਸ਼੍ਰੋਮਣੀ ਕਮੇਟੀ ਤੇ ਮਨਾ ਕਰ ਰਹੀ ਹੈਗੀ ਆ। ਔਰ ਇਹ ਅਮਿਤਾਭ ਬੱਚਨ ਕੋਲੋਂ ਪਹਿਲਾਂ 2 ਕਰੋੜ ਰੁਪਏ ਲੈਂਦਾ, ਫਿਰ 10 ਕਰੋੜ ਦੀ ਗੱਲ ਸਾਹਮਣੇ ਆਉਂਦੀ, ਫਿਰ 50 ਲੱਖ ਦੀ ਗੱਲ ਸਾਹਮਣੇ ਆਉਂਦੀ ਆ। ਅਮਿਤਾਭ ਬੱਚਨ ਕਹਿੰਦਾ ਮੈਂ 12.5 ਕਰੋੜ ਦਿੱਤਾ, ਇਹ ਕਹਿੰਦਾ ਮੈਂ 2 ਕਰੋੜ ਦਿੱਤਾ। ਪਹਿਲੀ ਗੱਲ ਤਾਂ ਇਹ ਕਿ ਤੁਹਾਨੂੰ ਅਥਾਰਟੀ ਕਿਹਨੇ ਦਿੱਤੀ ਕਿ ਉਸ ਕਾਤਲ ਕੋ ਬੰਦੇ ਕੋ ਜਿਹੜਾ, ਜਿਸ ਬੰਦੇ ਦੇ ਇੱਕ ਨਾਰਾ ਲਾਉਣ ਨਾਲ ਦਿੱਲੀ ਦੇ ਵਿੱਚ 15,000 ਸਿੱਖਾਂ ਦਾ ਸ਼ਹੀਦ ਹੋ ਗਏ ਹੋਣ ਔਰ ਧੀਆਂ ਭੈਣਾਂ ਦੀ ਬੇਪਤੀ ਕੀਤੀ ਹੋਵੇ ਔਰ ਬਜ਼ੁਰਗਾਂ ਦੇ ਗਲਾਂ 'ਚ ਟਾਇਰ ਪਾ ਕੇ ਸਾੜਿਆ ਹੋਵੇ, ਉਹ ਤਹਿਸ ਨਹਿਸ ਕਰ 3 ਦਿਨ ਇੱਥੇ ਜੋ ਕਤਲੇਆਮ ਹੋਇਆ ਹੋਵੇ, ਤੇ ਇਹ ਲੋਕ ਕਹਿਣ ਕਿ ਨਹੀਂ ਜੀ ਉਹਦਾ ਨਾਂ ਕੀ ਆ, ਉਹ ਸਾਨੂੰ ਪੈਸੇ ਦੇ ਕੇ ਤਾਂ ਅਸੀਂ ਲੈ ਲਾਂਗੇ। ਕੱਲ੍ਹ ਨੂੰ ਜਗਦੀਸ਼ ਟੈਟਰ ਕੋਲ ਲੈ ਲਓ, ਕੱਲ੍ਹ ਨੂੰ ਸੱਜਣ ਕੁਮਾਰ ਕੋਲ ਵੀ ਲੈ ਲਓ, ਪਰਸੋਂ ਕਿਸੇ ਹੋਰ ਕੋਲ ਲੈ ਲਓ। ਅਸੀਂ ਅਕਾਲ ਤਖਤ ਸਾਹਿਬ ਜਥੇਦਾਰ ਕੋਲ ਸਭ ਕੋ ਗਏ ਹਾਂ। ਅਸੀਂ ਜਥੇਦਾਰ ਸਾਹਿਬ ਨੂੰ ਕਿਹਾ ਕਿ ਜਥੇਦਾਰ ਸਾਹਿਬ, ਜੇ ਅਮਿਤਾਭ ਬੱਚਨ ਕੋਲ ਪੈਸੇ ਹੀ ਲੈਣੇ ਆ
ਤਾਂ ਫਿਰ ਤੁਸੀਂ ਇਹ ਅਕਾਲ ਤਖਤ ਸਾਹਿਬ ਦੀ ਜਦੋਂ ਕਾਂਗਰਸ ਨੇ ਇੰਦਰਾ ਗਾਂਧੀ ਨੇ ਇਮਾਰਤ ਬਣਾਈ ਸੀ ਉਹ ਘਟਾਈ ਫਿਰ ਵੀ ਇਹ ਕਿਹਾ ਸੀ ਕਾਤਲਾਂ ਦੇ ਦਾ ਅਕਾਲ ਤਖਤ ਦੀ ਇਮਾਰਤ ਸਾਨੂੰ ਪ੍ਰਵਾਨ ਨਹੀਂ ਹੈ। ਸਿੱਖ ਸੰਗਤ ਨੇ ਅਕਾਲ ਤਖਤ ਸਾਹਿਬ ਨੂੰ ਦੁਬਾਰਾ ਢਾਹ ਕੇ ਔਰ ਸੰਗਤ ਦੇ ਦਸਵੰਧ ਨਾਲ ਬਣਾਈ ਤੇ ਉਹ ਕਿਉਂ ਢਾਤੀ ਫਿਰ ਵੀ ਇਹ ਕਾਤਲ ਕੋ ਪੈਸੇ ਜਾਇਜ਼ ਲੈਣੇ ਆ ਤਾਂ ਫਿਰ ਉਹਦਾ ਨਾਂ ਕੀ ਆ ਫਿਰ ਉਹ ਘਟਾਇਆ। ਜੈਦਰ ਸਾਹਿਬ ਨਾਲ ਗੱਲ ਹੋਈ, ਜੈਦਰ ਸਾਹਿਬ ਨੇ ਮੈਨੂੰ ਕਿਹਾ ਚਮਨ ਸਿੰਘ ਜੀ ਇਹਨਾਂ ਨੇ ਉਹ ਬੜੇ ਬੜੇ ਅਮੀਰ ਤੇ ਕਿਹੜੇ ਜਥੇਦਾਰ ਸਾਹਿਬ? ਜੀ ਗਿਆਨੀ ਹਰਪ੍ਰੀਤ ਸਿੰਘ ਜੀ ਅਸੀਂ ਗਏ ਸੀ ਲੈ ਕੇ ਉਹਨਾਂ ਕੋਲ ਮੁੱਦਾ ਲੈ ਕੇ ਗਏ ਸੀ। ਅਸੀਂ ਉਹਨਾਂ ਨਾਲ ਗੱਲ ਕਰਦੇ ਆ, ਦੇਖੋ ਸਾਡੀ ਕੌਮ ਦੇ ਸੁਪਰੀਮ ਜਥੇਦਾਰ ਅਕਾਲ ਤਖਤ ਸਾਹਿਬ ਹੈ ਗਿਆਨੀ ਹਰਪ੍ਰੀਤ ਸਿੰਘ ਇਸ ਵਕਤ ਹੈ ਕਾਰਜਕਾਰੀ ਜਥੇਦਾਰ ਹੈ। ਜਿਹੜਾ ਵੀ ਧਾਰਮਿਕ ਮੁੱਦਾ ਹੋਏਗਾ ਅਸੀਂ ਅਕਾਲ ਤਖਤ ਸਾਹਿਬ ਲੈ ਕੇ ਜਾਵਾਂਗੇ, ਕਾਰਵਾਈ ਕਰਨੀ ਨਹੀਂ ਕਰਨੀ ਉਹਨਾਂ ਦੀ ਹੈ। ਅਸੀਂ ਉਹਨਾਂ ਨੂੰ ਕਿਹਾ ਕਿ ਜਥੇਦਾਰ ਸਾਹਿਬ ਇਹ ਫੈਸਲਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਪੰਜ ਸਿੰਘ ਸਾਹਿਬਾਂ ਨੇ ਕਰਨਾ ਜਾਂ ਦਿੱਲੀ ਦੇ ਜਿਹੜੇ ਕੁਝ ਐਸੇ ਟੁੱਕਰ ਬਹੁਤ ਅੱਗੇ ਜਿਹੜੇ ਆਪਣੇ ਆਪ ਨੂੰ ਪੜ੍ਹੇ ਲਿਖੇ ਦੇ ਜਾਂ ਰਿਟਾਇਰ ਕਰਦੇ ਉਹਨਾਂ ਲੋਕਾਂ ਨੇ ਕਰਨਾ। ਸਾਨੂੰ ਇੰਨੀ ਗੱਲ ਸਮਝਾ ਦਿਓ ਕਿ ਅਕਾਲ ਤਖਤ ਸਾਹਿਬ ਫੈਸਲਾ ਕਰੂਗਾ, ਉਹ ਪੰਜ ਸਿੰਘ ਸਾਹਿਬ ਕਰਨਗੇ ਜਾਂ ਕਿਸੇ ਕੋਈ ਲੋਕ ਕਰਨਗੇ। ਔਰ ਉਹਨਾਂ ਨੇ ਸਾਡੀ ਗੱਲ ਮੰਨੀ। ਇਸ ਕਰਕੇ ਅਸੀਂ ਇਹਨਾਂ ਦੀ ਗੱਲ ਅਸੀਂ ਤਾਂ ਇਹਨਾਂ ਨੂੰ ਕਹਿੰਦੇ ਹਾਂ ਕਿ ਇਹ ਬੰਦੇ ਲਾਇਕ ਨਹੀਂ ਹੈਗੇ ਇਹ ਧਾਰਮਿਕ ਸੰਸਥਾ ਦੇ ਬੈਠੇ, ਕਿਉਂਕਿ ਇਹਨਾਂ ਨੇ MLA ਵੀ ਲੜਨੀਆਂ, ਇਹਨਾਂ ਦੀਆਂ ਬੀਬੀਆਂ ਨੇ ਕੌਂਸਲਰ ਵੀ ਲੜਨੀਆਂ, ਇਹਨਾਂ ਨੇ ਧਾਰਮਿਕ ਪਰੰਪਰਾ ਜਿਹੜੀਆਂ ਹੈਗੀਆਂ ਉਹਦੀਆਂ ਧੱਜੀਆਂ ਵੀ ਲਾਉਣੀਆਂ। ਕਿਉਂਕਿ ਮੈਂ ਸਿੱਖ ਹਾਂ, ਸਾਡੀ ਪਾਰਟੀ ਨੇ ਫੈਸਲਾ ਕੀਤਾ ਹੈ ਕਿ ਅਸੀਂ ਜਿਹੜਾ ਸਾਡੀ ਕਮੇਟੀ 'ਚ ਮੈਂਬਰ ਲੜੂਗਾ ਸਾਡੀ ਪਾਰਟੀ 'ਚ ਉਹ ਨਾ ਕੌਂਸਲਰ ਲੜ ਸਕਦਾ, ਨਾ ਉਹ MLA ਲੜ ਸਕਦਾ, ਨਾ ਉਹ MP ਲੜ ਸਕਦਾ। ਕਿਉਂ ਕਿ ਜੇ ਸਾਡੀ ਕਮੇਟੀ ਹੋਏਗੀ, ਜੇ ਸਾਡਾ ਕੋਈ ਮੈਂਬਰ ਲੜੂਗਾ ਤਾਂ ਉਹ ਫਿਰ ਸਾਧਨ ਵਰਤੇਗਾ ਇੱਥੇ ਦੇ ਜਿਹੜਾ ਸਿਰਸਾ ਸਾਹਿਬ ਵਰਤਦੇ ਆ, ਹਰਮੀਤ ਕਾਲਕਾ ਵਰਤਿਆ ਗਿਆ, ਜਾਂ ਕੋਈ ਹੋਰ ਇਹਨਾਂ ਦੀ ਪਾਰਟੀ 'ਚੋਂ ਇਲੈਕਸ਼ਨ ਲੜਦਾ ਉਹ ਵਰਤੇ, ਜਾਂ ਸ਼੍ਰੋਮਣੀ ਕਮੇਟੀ ਤੋਂ ਇਹ ਅਕਾਲੀ ਦਲ ਸੁਖਬੀਰ ਹੋਣੀ ਉੱਥੋਂ ਵਰਤਦੇ ਆ। ਇਸ ਕਰਕੇ ਅਸੀਂ ਇਹਨਾਂ ਦੇ ਖਿਲਾਫ ਤਾਂ ਹੈਗੇ ਆ ਕਿਉਂਕਿ ਇਹਨਾਂ ਨੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਖਿਲਵਾੜ ਕਰਨ ਤੋਂ ਬਾਜ ਨਹੀਂ ਆਏ, ਉਹ ਸਿੱਖ ਪਰੰਪਰਾ ਤੇ ਸਿੱਖ ਮਰਿਆਦਾ ਨੂੰ ਬਹਾਲ ਕਰਨ ਤੋਂ ਕਿੰਨਾ ਬਾਜ ਆਉਣਗੇ। ਮਤਲਬ ਆਪਾਂ ਗੱਲ ਕਰ ਰਹੇ ਸੀ ਕੈਂਪੇਨਿੰਗ ਬਾਰੇ ਕਿ ਕੈਂਪੇਨਿੰਗ ਬਾਰੇ ਤੇ ਜੋ ਕਰੋਨਾ ਦੇ ਵਿੱਚ ਸਿੱਖ ਫੈਮਿਲੀਜ਼ ਦੇ ਕੁਝ ਮੈਂਬਰ ਜੋ ਐਕਸਪਾਇਰ ਹੋਏ ਆ ਕਰੋਨਾ ਕਾਰਨ, ਉਹਨਾਂ ਦੀ ਕਿੱਦਾਂ ਤੁਸੀਂ ਮਦਦ ਕਰੋਗੇ ਤੇ ਕੈਂਪੇਨਿੰਗ ਦੀ ਥੋੜੀ ਸਟ੍ਰੈਟਜੀ ਕੀ ਰਹੇਗੀ? ਦੋ ਕੁਐਸਚਨ। ਜਿੱਥੋਂ ਤੱਕ ਕੰਪੇਨਿੰਗ ਦੀ ਗੱਲ ਹੈ, ਸਾਡੇ ਕੈਂਡੀਡੇਟ ਘਰ ਘਰ ਜਾ ਰਹੇ ਲੋਕਾਂ ਆਪਣਾ ਏਜੰਡਾ ਦੱਸ ਰਿਹਾ ਹੈ ਔਰ ਉਸ ਤੋਂ ਇਲਾਵਾ ਕਿ ਅਸੀਂ ਕੀਤਾ ਕੀ ਹੈ ਤਾਂ ਕਰਾਂਗੇ ਕੀ। ਇਹ ਸਾਡਾ ਮੈਨੀਫੈਸਟੋ ਵਿੱਚ ਦਰਜ ਹੈ ਕਿ ਸੰਗਤ ਨੂੰ ਜਾ ਕੇ ਦੱਸਣਾ। ਔਰ ਇੱਥੋਂ ਤੱਕ ਕਿ ਮੈਂ ਆਪਣੇ ਇਲਾਕੇ ਦੀ ਗੱਲ ਕਰਾਂ, ਮੈਂ ਖੁਦ ਘਰ ਘਰ ਜਾ ਕੇ ਆਪਣਾ ਏਜੰਡਾ ਦੱਸਿਆ ਹੈਗਾ। ਅਸੀਂ ਘਰ ਘਰ ਜਾ ਕੇ ਗੱਲ ਕੀਤੀ ਹੈ। ਮੈਂ ਆਪਣੀ ਗੱਲ ਕਰਾਂ, ਮੈਂ 40 ਸਾਲ ਲਗਾਤਾਰ 35-40 ਸਾਲ ਤੋਂ ਇਸ ਇਲਾਕੇ ਵਿੱਚ ਵਿਚਰਿਆ ਹੈਗਾ ਔਰ ਕੋਈ ਇੱਕ ਹੀ ਨਹੀਂ ਸਕਦਾ ਆਪਣੀ ਚਾਹੇ ਕਿਸੇ ਜੇ ਗੱਲ ਵੀ ਕਰੀ, ਮੈਂ ਆਪਣੀ ਗੱਲ ਕਰਾਂ ਧਾਰਮਿਕ ਤੌਰ 'ਤੇ ਲਾ ਲਓ, ਸਮਾਜਿਕ ਤੌਰ 'ਤੇ ਲਾ ਲਓ, ਰਾਜਨੀਤਿਕ ਤੌਰ 'ਤੇ ਲਾ ਲਓ, ਸੱਚੀ ਸੁੱਚੀ ਰਾਜਨੀਤੀ ਕਰਦੇ ਹਾਂ। ਔਰ ਸਾਡੇ ਕੈਂਡੀਡੇਟ ਜਿਹੜੇ ਹੈਗੇ ਉਹ ਘਰ ਘਰ ਜਾ ਕੇ ਆਪਣਾ ਕੰਪੇਨ ਚਲਾ ਰਿਹਾ ਔਰ ਮੈਂ ਸਮਝਦਾ ਕਿ ਸਾਡੀ ਪਾਰਟੀ ਸਭ ਤੋਂ ਵੱਡੀ ਪਾਰਟੀ ਹੋ ਕੇ ਉੱਭਰੇਗੀ ਕਿਉਂਕਿ ਸੰਗਤ ਬੜਾ ਵੱਡਾ ਆਸ਼ੀਰਵਾਦ ਦੇ ਰਹੀ ਹੈ। ਦੂਸਰੀ ਗੱਲ, ਜਿਸ ਤੱਕ ਤੁਸੀਂ ਗੱਲ ਕੀਤੀ ਕੋਵਿਡ ਦੌਰਾਨ ਜੇ ਗੱਲ ਕਰੀਏ ਤਾਂ ਸਭ ਤੋਂ ਪਹਿਲੇ ਆਕਸੀਜਨ ਜਿਹੜੀ ਹੈਗੀ ਆ ਮਨਜੀਤ ਸਿੰਘ ਜੀ ਕੇ ਉਹਨਾਂ ਨੇ ਗ੍ਰੇਟਰ ਕਲਾਸ 'ਚ ਉਹਨਾਂ ਨੇ ਕੀਤਾ ਕੈਂਪ ਲਗਾਇਆ, ਲੰਗਰ ਲਗਾਇਆ। ਕਿਉਂਕਿ ਦੇਖੋ ਹਰ ਜਗ੍ਹਾ ਆਪਣੀ ਕਪੈਸਿਟੀ ਅਨੁਸਾਰ ਕਮੇਟੀਆਂ ਹੁੰਦੀਆਂ ਔਰ ਜਿਹੜੇ ਕਪੈਸਿਟੀ ਅਨੁਸਾਰ ਹਰ ਸਿੱਖ ਨੇ ਆਪਣਾ ਯੋਗਦਾਨ ਪਾਇਆ ਗਿਆ। ਸਾਡੇ ਵੀ ਕੈਂਡੀਡੇਟਾਂ ਨੇ ਕੋਵਿਡ ਦੌਰਾਨ ਉਹ ਬਹੁਤ ਸਾਰਾ, ਚਾਹੇ ਉਹ ਲੰਗਰ ਦੀ ਸੇਵਾ ਸੀ, ਚਾਹੇ ਉਹ ਰਾਸ਼ਨ ਦੀ ਸੇਵਾ ਸੀ, ਚਾਹੇ ਉਹ ਆਕਸੀਜਨ ਦੀ ਸੇਵਾ ਸੀ, ਕੀਤੀ ਹੈਗੀ ਆ। ਔਰ ਇਸ ਤੋਂ ਇਲਾਵਾ ਅਸੀਂ ਕਰਾਂਗੇ ਕੀ, ਅਸੀਂ ਜਿਹੜੇ ਕੋਵਿਡ ਦੌਰਾਨ ਜਿਹੜੇ ਪਰਿਵਾਰਾਂ ਦੀ ਦਿੱਕਤ ਆਈ ਹੈਗੀ ਆ ਉਹਨਾਂ ਪਰਿਵਾਰਾਂ ਦੀ ਅਸੀਂ ਵੱਧ ਤੋਂ ਵੱਧ ਸਹਾਇਤਾ ਕਰਾਂਗੇ ਔਰ ਪਹਿਲਾਂ ਕਰਦੇ ਵੀ ਆ ਰਹੇ ਹਾਂ। ਕਿਸ ਤਰੀਕੇ ਨਾਲ ਸਰ? ਚਾਹੇ ਉਹ ਉਹਨਾਂ ਦੇ ਬੱਚਿਆਂ ਦੀ, ਦੇਖੋ ਅਨਾਥ ਹੋ ਗਏ ਬੱਚੇ, ਜੇ ਫਾਦਰ ਚਲਾ ਗਿਆ ਅਨਾਥ ਹੋ ਗਿਆ, ਜੇ ਮਦਰ ਚਲ ਗਈ ਤਾਂ ਬੱਚਾ ਅਨਾਥ ਹੈ, ਜੇ ਬੱਚਾ ਚਲਾ ਗਿਆ ਤਾਂ ਪਿਓ ਦੀ ਗੱਲ ਉਹਨਾਂ ਨੂੰ ਦੁੱਖ ਹੈਗਾ। ਇਸ ਕਰਕੇ ਕਿ ਹਰ ਇੱਕ ਇਨਸਾਨ ਨੂੰ ਜਿਹੜਾ ਕੈਂਡੀਡੇਟ ਹੈਗਾ ਅਸੀਂ ਉਹਨੂੰ ਕਹਿ ਕੇ ਰੱਖਿਆ ਕਿ ਜਿਹੜੇ ਕੋਵਿਡ ਦੌਰਾਨ ਪੂਰੇ ਹੋ ਗਏ ਆ ਆਪਣੀ ਉਸ ਬਿਮਾਰੀ ਦੌਰਾਨ ਚਲ ਗਏ ਸੰਸਾਰ ਨੂੰ ਛੱਡ ਕੇ, ਉਹਨਾਂ ਦੇ ਪਰਿਵਾਰਾਂ ਦਾ ਖਾਸ ਖਿਆਲ ਰੱਖੋ। ਉਹਨਾਂ ਦੇ ਪਰਿਵਾਰਾਂ ਨੂੰ ਅਸੀਂ ਕਮੇਟੀ ਆਉਣ 'ਤੇ ਚਾਹੇ ਉਹਨਾਂ ਦੇ ਬੱਚਿਆਂ ਦੀ ਜੋਬ ਹੋਵੇ, ਚਾਹੇ ਉਹਨਾਂ ਦੇ ਜਿਹੜੇ ਫਾਦਰ ਹੈਗੇ ਆ ਉਹਨਾਂ ਦੀ ਪੈਨਸ਼ਨ ਦੀ ਗੱਲ ਹੋਵੇ, ਚਾਹੇ ਉਹਨਾਂ ਨੂੰ ਆਰਥਿਕ ਤੌਰ 'ਤੇ ਚਾਹੇ ਉਹਨਾਂ ਦੀ ਰਾਸ਼ਨ ਦੀ ਗੱਲ ਹੋਵੇ, ਅਸੀਂ ਹਰ ਤਰ੍ਹਾਂ ਦੀ ਉਹਨਾਂ ਦੀ ਸਪੋਰਟ ਕਰਨ ਨੂੰ ਤਿਆਰ ਹਾਂ। ਬਿਲਕੁਲ ਕਿਸੇ ਵੀ ਕੀਮਤ 'ਤੇ ਆਪਣੀ ਕੌਮ ਤੋਂ ਪਿੱਛੇ ਨਹੀਂ ਹਟਾਂਗੇ ਔਰ ਕੌਮ ਨੂੰ ਚੜ੍ਹਦੀ ਕਲਾ ਲਿਜਾਣ ਵਾਸਤੇ ਅਸੀਂ ਪੂਰਾ ਯੋਗਦਾਨ ਪਾਵਾਂਗੇ।
ਹੈਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।